Students, in this video we will discuss about the conservation strategies of biodiversity. There are two main strategies for the conservation of biodiversity, which is in situ and ex situ conservation. In situ conservation, protected areas are there, and under protected areas there are further various categories like sacred groves, biosphere reserves, national parks and wildlife sanctuaries. Whereas in case of ex situ conservation, there are mainly, which we have to discuss, are botanical gardens, gene banks and zoological parks. Firstly, what is in situ conservation? It is also known as on-site conservation. In situ conservation is the process of protecting an endangered plant or animal species in its natural habitat, either by protecting or cleaning up the habitat itself or by defending the species from the predators. ਇਹਦਾ ਕੀ ਮਤਲਬ ਹੈ ਕਿ ਇਨ ਸੀਟੂ ਕੰਜ਼ਰਵੇਸ਼ਨ ਕੀ ਹੁੰਦੀ ਹੈ ਕਿ ਔਨ ਸਾਈਟ ਕੰਜ਼ਰਵੇਸ਼ਨ। ਔਨ ਸਾਈਟ ਮੀਨਸ ਜਿੱਥੇ ਉਹ ਔਰਗੈਨਿਜ਼ਮ ਰਹਿੰਦਾ, ਜਿੱਥੇ ਉਹ ਪਲਾਂਟ ਹੈਗਾ, ਠੀਕ ਹੈ, ਨੈਚੁਰਲੀ ਹੀ ਜਿਹੜੀ ਜਗ੍ਹਾ 'ਤੇ ਉਹ ਮੌਜੂਦ ਹੈ ਉੱਥੇ ਹੀ ਉਹਨੂੰ ਪ੍ਰੋਟੈਕਟ ਕਰਨਾ। ਇਨ ਸੀਟੂ ਦਾ ਮਤਲਬ ਹੁੰਦਾ ਜਿੱਥੇ ਉਹ ਨੇਚਰ ਦੇ ਵਿੱਚ ਪਹਿਲਾਂ ਹੀ ਪ੍ਰੈਜੈਂਟ ਆ, ਕੋਈ ਵੀ ਔਰਗੈਨਿਜ਼ਮ, ਚਾਹੇ ਉਹ ਪਲਾਂਟ ਹੈ, ਚਾਹੇ ਉਹ ਐਨੀਮਲ ਹੈ, ਚਾਹੇ ਬਰਡ ਹੈ, ਕੁਛ ਵੀ ਹੈ, ਇਹਨੂੰ ਆਪਾਂ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ, ਠੀਕ ਹੈ। ਤਾਂ ਉੱਥੇ ਉਹਦੀ ਨੈਚੁਰਲ ਹੈਬੀਟੈਟ 'ਚ ਜਦੋਂ ਆਪਾਂ ਪ੍ਰੋਟੈਕਸ਼ਨ ਦੇ ਦਿੰਦੇ ਹਾਂ ਉਹਨੂੰ ਕੀ ਕਹਿੰਦੇ ਹਾਂ ਆਪਾਂ, ਇਨ ਸੀਟੂ ਕੰਜ਼ਰਵੇਸ਼ਨ ਜਾਂ ਔਨ ਸਾਈਟ ਕੰਜ਼ਰਵੇਸ਼ਨ। ਤਾਂ ਇਹਦੇ ਵਿੱਚ ਫਰਦਰ ਟਾਈਪਸ ਨੇ, ਜਿੱਦਾਂ ਨੈਸ਼ਨਲ ਪਾਰਕਸ ਹੋ ਗਏ, ਬਾਇਓਸਫੀਅਰ ਰਿਜ਼ਰਵਸ ਹੋ ਗਏ, ਇਹ ਆਪਾਂ ਡਿਸਕਸ ਕਰਾਂਗੇ ਹੁਣ ਨੈਕਸਟ ਸਲਾਈਡ ਦੇ ਵਿੱਚ ਵਨ ਬਾਏ ਵਨ। ਫਸਟ ਇਜ਼ ਨੈਸ਼ਨਲ ਪਾਰਕ। ਨੈਸ਼ਨਲ ਪਾਰਕ ਇਜ਼ ਐਨ ਏਰੀਆ dedicated to conserve the scenery and natural objects and the wildlife therein. In national parks, all private rights are non-existent and all forestry operations and other uses such as grazing of domestic animals are prohibited. However, the general public may enter it for the purpose of observation and study. ਇਹ ਕੀ ਹੁੰਦੇ ਨੇ ਬੇਟਾ? ਨੈਸ਼ਨਲ ਪਾਰਕ ਇੱਕ ਏਰੀਆ ਹੈ ਜਿਹਦਾ ਇੱਕੋ ਇੱਕ ਮਕਸਦ ਹੁੰਦਾ ਕਿ ਉੱਥੋਂ ਦੀ ਜਿਹੜੀ ਨੈਚੁਰਲ ਬਿਊਟੀ ਹੈ, ਠੀਕ ਹੈ, ਵੈਜੀਟੇਸ਼ਨ ਹੈ ਜਾਂ ਐਨੀਮਲਸ ਨੇ ਜਾਂ ਕੋਈ ਵੀ ਬਰਡਸ ਨੇ, ਕੁਛ ਵੀ ਰਹਿ ਰਿਹਾ ਉੱਥੇ, ਕਿਸੇ ਵੀ ਤਰ੍ਹਾਂ ਦਾ ਔਰਗੈਨਿਜ਼ਮ ਰਹਿ ਰਿਹਾ, ਉਹਦੀ ਪ੍ਰੋਟੈਕਸ਼ਨ ਕਰਨਾ। ਉਸ ਦੀ ਪ੍ਰੋਟੈਕਸ਼ਨ ਕਿਵੇਂ ਕੀਤੀ ਜਾਊਗੀ? ਉਸ ਏਰੀਆ ਨੂੰ ਕੀ ਕੀਤਾ ਜਾਊਗਾ? ਗਵਰਨਮੈਂਟ ਆਪਣੇ ਅੰਡਰ ਲੈ ਲੂਗੀ, ਠੀਕ ਹੈ। ਕੋਈ ਵੀ ਪ੍ਰਾਈਵੇਟ ਫਾਰਮ ਉੱਥੇ ਐਂਟਰੀ ਨਹੀਂ ਕਰ ਸਕਦੀ, ਠੀਕ ਹੈ, ਨਾ ਹੀ ਕੋਈ ਹੋਰ ਐਕਟੀਵਿਟੀ ਜਿਵੇਂ ਗ੍ਰੇਜ਼ਿੰਗ ਵਗੈਰਾ ਕੁਛ ਹੀ ਅਲਾਊਡ ਨਹੀਂ ਹੈਗੀ। ਅਤੇ ਜਨਰਲ ਪਬਲਿਕ ਸਿਰਫ ਪਰਮਿਸ਼ਨ ਦੇ ਨਾਲ ਹੀ ਉਸ ਏਰੀਆ 'ਚ ਐਂਟਰ ਕਰ ਸਕਦੀ, ਉਹ ਵੀ ਕਿਹਦੇ ਵਾਸਤੇ? ਦੇਖਣ ਵਾਸਤੇ ਜਾਂ ਸਟੱਡੀ ਵਾਸਤੇ, ਠੀਕ ਹੈ। ਐਟ ਪ੍ਰੈਜੈਂਟ ਜਿਹੜਾ ਇੰਡੀਆ, ਉਹਦੇ ਵਿੱਚ ਮੋਰ ਦੈਨ 171 ਨੈਸ਼ਨਲ ਪਾਰਕਸ ਨੇ ਜਿਹੜੇ ਪ੍ਰੈਜੈਂਟ ਨੇ। ਲਿਸਟ ਹੈ ਨੈਸ਼ਨਲ ਪਾਰਕਸ ਦੀ, ਠੀਕ ਹੈ, ਜਿਵੇਂ ਰਣਥੰਭੌਰ ਨੈਸ਼ਨਲ ਪਾਰਕ ਰਾਜਸਥਾਨ ਦੇ ਵਿੱਚ ਹੈ। ਕਾਹਦੇ ਵਾਸਤੇ ਹੈ? ਟਾਈਗਰਸ, ਲਿਪਰਡਸ ਵਗੈਰਾ ਇੱਥੇ ਕੰਜ਼ਰਵ ਕੀਤੇ ਹੋਏ ਨੇ, ਠੀਕ ਹੈ। ਜਿਵੇਂ ਸੈਕਿੰਡ ਨੰਬਰ 'ਤੇ ਕੋਬਰ ਨੈਸ਼ਨਲ ਪਾਰਕ ਹੈ ਉੱਤਰਾਖੰਡ 'ਚ ਹੈ, ਇੱਥੇ ਟਾਈਗਰਸ, ਲਿਪਰਡਸ ਅਤੇ ਐਲੀਫੈਂਟਸ ਪ੍ਰੀਜ਼ਰਵ ਕੀਤੇ ਗਏ ਨੇ, ਠੀਕ ਹੈ। ਉਸ ਤਰ੍ਹਾਂ ਹੀ ਕਾਫੀ ਸਾਰੇ ਜਿਹੜੇ ਨੀਚੇ ਲਿਸਟ ਦੇ ਵਿੱਚ ਹੈਗੇ ਨੇ, ਮੇਨ ਨੇ ਨੈਸ਼ਨਲ ਪਾਰਕਸ ਦੇ ਜਿਹੜੇ ਇੰਡੀਆ 'ਚ ਮੌਜੂਦ ਨੇ, ਠੀਕ ਹੈ। ਨੈਕਸਟ ਇਜ਼ ਬਾਇਓਸਫੀਅਰ ਰਿਜ਼ਰਵ। ਵਾਟ ਇਜ਼ ਬਾਇਓਸਫੀਅਰ ਰਿਜ਼ਰਵ? ਇਹਦਾ ਮਤਲਬ ਕੀ ਹੁੰਦਾ ਹੈ? ਬਾਇਓਸਫੀਅਰ ਰਿਜ਼ਰਵ ਵੀ ਇੱਕ ਐਸਾ ਏਰੀਆ ਜਿੱਥੇ ਆਪਾਂ ਪ੍ਰੋਟੈਕਸ਼ਨ ਕਰਦੇ ਹਾਂ ਪਲਾਂਟਸ ਦੀ ਅਤੇ ਐਨੀਮਲਸ ਦੀ, ਠੀਕ ਹੈ। ਅਤੇ ਇਹ ਪ੍ਰੋਗਰਾਮ ਸਟਾਰਟ ਹੋਇਆ ਸੀਗਾ ਮੈਬ ਪ੍ਰੋਗਰਾਮ, ਠੀਕ ਹੈ, ਮੈਨ ਐਂਡ ਬਾਇਓਸਫੀਅਰ ਪ੍ਰੋਗਰਾਮਸ, ਉਹਦੇ ਅੰਡਰ ਇਸਟੈਬਲਿਸ਼ ਕੀਤੇ ਗਏ ਸੀ ਬਾਇਓਸਫੀਅਰ ਰਿਜ਼ਰਵਸ, ਠੀਕ ਹੈ। ਇਹਦੇ ਅਤੇ ਨੈਸ਼ਨਲ ਪਾਰਕਸ ਦੇ ਵਿੱਚ ਅੰਤਰ ਹੈ, ਠੀਕ ਹੈ। ਨੈਸ਼ਨਲ ਪਾਰਕ 'ਚ ਕੀ ਕਿਹਾ ਮੈਂ? ਵੀ ਇੱਕ ਪ੍ਰੋਟੈਕਟਡ ਏਰੀਆ, ਠੀਕ ਹੈ, ਜਿੱਥੇ ਕੋਈ ਵੀ ਪ੍ਰਾਈਵੇਟ ਫਾਰਮ ਜਾਣੀ ਅਲਾਊਡ ਨਹੀਂ, ਸਿਰਫ ਲੋਕ ਜਾ ਸਕਦੇ ਨੇ, ਉਹ ਵੀ ਪਰਮਿਸ਼ਨ ਤੋਂ ਬਾਅਦ, ਠੀਕ ਹੈ, ਫॉर ਦੀ ਓਬਜ਼ਰਵੇਸ਼ਨ ਐਂਡ ਦੀ ਸਟੱਡੀ। ਪਰ ਜਿਹੜਾ ਬਾਇਓਸਫੀਅਰ ਰਿਜ਼ਰਵਸ ਨੇ ਇਹਦੇ ਵਿੱਚ ਕੀ ਹੁੰਦਾ ਕਿ 3 ਮੇਨ ਜ਼ੋਨਸ ਨੇ, ਠੀਕ ਹੈ, ਟ੍ਰਾਂਜੀਸ਼ਨ ਜ਼ੋਨ, ਬਫਰ ਜ਼ੋਨ ਅਤੇ ਕੋਰ ਜ਼ੋਨ, ਠੀਕ ਹੈ। ਜਿਹੜਾ ਟ੍ਰਾਂਜੀਸ਼ਨ ਜ਼ੋਨ ਹੁੰਦਾ ਉਹਦੇ ਵਿੱਚ ਹਿਊਮਨ ਸੈਟਲਮੈਂਟਸ ਹੁੰਦੀਆਂ ਨੇ, ਮਤਲਬ ਹਿਊਮਨ ਬੀਇੰਗਸ ਰਹਿ ਸਕਦੇ ਨੇ ਅਤੇ ਕ੍ਰੌਪ ਕਲਟੀਵੇਸ਼ਨ ਵੀ ਕਰ ਸਕਦੇ ਨੇ। ਤਾਂ ਬਫਰ ਜ਼ੋਨ ਹੈ, ਸੈਕਿੰਡ ਜ਼ੋਨ ਹੈ, ਠੀਕ ਹੈ, ਜਿਹੜਾ ਮਿਡਲ ਦੇ ਵਿੱਚ ਹੁੰਦਾ ਉਹਦੇ ਵਿੱਚ ਕੀ ਹੁੰਦੀ ਹੈ? ਟੂਰਿਜ਼ਮ ਅਲਾਊਡ ਹੁੰਦੀ ਹੈ ਅਤੇ ਗ੍ਰੇਜ਼ਿੰਗ ਆਫ ਐਨੀਮਲਸ ਅਲਾਊਡ ਹੁੰਦੀ ਹੈ, ਠੀਕ ਹੈ। ਅਤੇ ਜਿਹੜਾ ਸੈਂਟਰ ਦੇ ਵਿੱਚ ਕੋਰ ਜ਼ੋਨ ਆ ਉਹਦੇ ਵਿੱਚ ਕੋਈ ਵੀ ਹਿਊਮਨ ਐਕਟੀਵਿਟੀ ਅਲਾਊਡ ਨਹੀਂ ਹੁੰਦੀ। ਇੱਥੇ ਸਿਰਫ ਔਰ ਸਿਰਫ ਜਿਹੜੇ ਐਨੀਮਲ ਜਾਂ ਪਲਾਂਟ ਹੈ, ਕੁਛ ਨੂੰ ਵੀ ਆਪਾਂ ਪ੍ਰੀਜ਼ਰਵ ਕਰਨਾ, ਉਹੀ ਹੁੰਦੇ ਨੇ, ਠੀਕ ਹੈ। ਕੋਈ ਵੀ ਹੋਰ ਐਕਸਟਰਾ ਐਕਟੀਵਿਟੀ ਇੱਥੇ ਨਹੀਂ ਹੋ ਸਕਦੀ। ਸੋ ਆਪਾਂ ਕੀ ਪੜ੍ਹਿਆ ਕਿ ਬਾਇਓਸਫੀਅਰ ਰਿਜ਼ਰਵ 'ਚ ਕੀ ਹੁੰਦੇ ਨੇ? 3 ਜ਼ੋਨ ਹੁੰਦੇ ਨੇ। ਸਭ ਤੋਂ ਆਊਟਰ ਮੋਸਟ ਜ਼ੋਨ ਕਿਹੜਾ? ਟ੍ਰਾਂਜੀਸ਼ਨ ਜ਼ੋਨ, ਸੈਂਟਰ ਦੇ ਵਿੱਚ ਮਿਡਲ ਦੇ ਵਿੱਚ ਬਫਰ ਜ਼ੋਨ ਐਂਡ ਸੈਂਟਰ ਦੇ ਵਿੱਚ ਕੋਰ ਜ਼ੋਨ, ਠੀਕ ਹੈ। ਨੈਕਸਟ ਹੈ ਕਿ ਇੰਡੀਆ ਦੇ ਵਿੱਚ ਹੁਣ ਤੱਕ 18+ ਬਾਇਓਸਫੀਅਰ ਰਿਜ਼ਰਵਸ ਨੇ,
ਜਿਹਦੇ ਵਿੱਚੋਂ ਕੁਝ ਮੈਂ ਮੈਂਸ਼ਨ ਕੀਤੇ ਨੇ ਇਸ ਲਿਸਟ ਦੇ ਵਿੱਚ, ਇਹਨਾਂ ਨੂੰ ਤੁਸੀਂ ਪਲੀਜ਼ ਨੋਟ ਕਰ ਲਓ। ਨੈਕਸਟ ਆਰ ਸੈਂਚੁਰੀਜ਼ ਸਿਮਿਲਰ ਨੇ ਨੈਸ਼ਨਲ ਪਾਰਕ ਦੀ ਤਰ੍ਹਾਂ ਹੀ, ਰਾਈਟ, ਪਰ ਇਹਨਾਂ ਦੇ ਤੇ ਨੈਸ਼ਨਲ ਪਾਰਕ ਦੇ ਵਿੱਚ ਕੁਝ ਮੇਨ ਡਿਫਰੈਂਸਿਸ ਨੇ, ਠੀਕ ਹੈ। ਸਿਮਿਲਰ ਆਪਾਂ ਕੀ ਕਹਿੰਦੇ ਆ ਵੀ ਕਿਵੇਂ ਕਹਿ ਸਕਦੇ ਹਾਂ, ਕਿਉਂਕਿ ਇਹ ਪ੍ਰੋਟੈਕਸ਼ਨ ਵਾਸਤੇ ਇਨਵੋਲਵ ਨੇ। ਨੈਸ਼ਨਲ ਪਾਰਕ ਵੀ ਪ੍ਰੋਟੈਕਟ ਕਰਦੇ ਨੇ ਵਾਈਲਡ ਲਾਈਫ ਨੂੰ ਜਾਂ ਔਰਗੈਨਿਜ਼ਮਸ ਨੂੰ, ਰਾਈਟ, ਉਵੇਂ ਹੀ ਸੈਂਚੁਰੀਜ਼ ਵੀ ਕਰਦੀਆਂ ਨੇ। ਪਰ ਇਹਨਾਂ 'ਚ ਮੇਨ ਡਿਫਰੈਂਸ ਕੀ ਹੈ, ਜਿਹੜੀ ਸੈਂਚੁਰੀ ਆ ਉਹ ਸਿਰਫ ਇੱਕੋ ਹੀ ਤਰ੍ਹਾਂ ਦੀ ਔਰਗੈਨਿਜ਼ਮ ਸਪੀਸ਼ੀਜ਼ ਨੂੰ ਕੰਜ਼ਰਵ ਕਰਨ ਦੇ ਵਿੱਚ ਇਨਵੋਲਵਡ ਹੁੰਦੀ ਹੈ, ਜਦ ਕਿ ਜਿਹੜੇ ਨੈਸ਼ਨਲ ਪਾਰਕਸ ਨੇ ਉਹਨਾਂ 'ਚ ਕਾਫੀ ਤਰ੍ਹਾਂ ਦੀਆਂ ਸਪੀਸ਼ੀਜ਼ ਨੂੰ ਆਪਾਂ ਪ੍ਰੀਜ਼ਰਵ ਕਰਦੇ ਹਾਂ, ਠੀਕ ਹੈ। ਉੱਥੇ ਇੱਕ ਤਰ੍ਹਾਂ ਦੀ ਸਪੀਸ਼ੀ ਨੂੰ ਨਹੀਂ ਪ੍ਰੀਜ਼ਰਵ ਕਰਦੇ, ਜਦ ਕਿ ਸੈਂਚੁਰੀ 'ਚ ਆਪਾਂ ਇੱਕ ਤਰ੍ਹਾਂ ਦੀ ਸਪੀਸ਼ੀ ਨੂੰ ਜਾਂ ਇੱਕੋ ਤਰ੍ਹਾਂ ਦੇ ਔਰਗੈਨਿਜ਼ਮ ਨੂੰ ਆਪਾਂ ਪ੍ਰੀਜ਼ਰਵ ਕਰਨ 'ਤੇ ਜ਼ਿਆਦਾ ਜ਼ੋਰ ਦਿੰਦੇ ਹਾਂ, ਠੀਕ ਹੈ। ਅਤੇ ਮੈਂ ਉੱਥੇ ਕਿਹਾ ਸੀ ਨੈਸ਼ਨਲ ਪਾਰਕਸ ਦੇ ਵਿੱਚ ਕਿ ਪ੍ਰਾਈਵੇਟ ਓਨਰਸ਼ਿਪ ਬਿਲਕੁਲ ਨਹੀਂ ਹੁੰਦੀ, ਗਵਰਨਮੈਂਟ ਦੇ ਅੰਡਰ ਹੁੰਦੇ ਨੇ ਪਿਓਰਲੀ। ਪਰ ਇੱਥੇ ਕੀ ਹੈ, ਪ੍ਰਾਈਵੇਟ ਓਨਰਸ਼ਿਪ ਅਲਾਊਡ ਹੋ ਸਕਦੀ ਹੈ, ਠੀਕ ਹੈ, ਤਾਂ ਕਿ ਇੱਥੇ ਜਿਹੜੀ ਵਾਈਲਡ ਲਾਈਫ ਹੈ ਉਹਨੂੰ ਹੋਰ ਵਧੀਆ ਤਰੀਕੇ ਨਾਲ ਆਪਾਂ ਪ੍ਰੀਜ਼ਰਵ ਕਰ ਸਕੀਏ, ਠੀਕ ਹੈ। ਇਹ ਮੇਨ ਡਿਫਰੈਂਸ ਹੈ ਨੈਸ਼ਨਲ ਪਾਰਕਸ ਅਤੇ ਸੈਂਚੁਰੀਜ਼ ਦੇ ਵਿੱਚ, ਠੀਕ ਹੈ। ਨੈਸ਼ਨਲ ਪਾਰਕ, ਸੈਂਚੁਰੀ ਅਤੇ ਬਾਇਓਸਫੀਅਰ ਰਿਜ਼ਰਵ, ਇਹਨਾਂ ਤਿੰਨਾਂ ਦੇ ਵਿੱਚ ਅੰਤਰ ਹੈ, ਠੀਕ ਹੈ। ਇਹ ਤੁਸੀਂ ਨੋਟ ਕਰ ਲੈਣਾ। ਜਿੱਦਾਂ ਨੈਸ਼ਨਲ ਪਾਰਕ ਕੀ ਨੇ, ਇੱਕ ਪ੍ਰੋਟੈਕਟਡ ਏਰੀਆ ਨੇ ਜਿੱਥੇ ਸਿਰਫ ਗਵਰਨਮੈਂਟ ਦਾ ਕੰਟਰੋਲ ਹੁੰਦਾ ਅਤੇ ਕਾਫੀ ਤਰ੍ਹਾਂ ਦੇ ਔਰਗੈਨਿਜ਼ਮ ਆਪਾਂ ਪ੍ਰੀਜ਼ਰਵ ਕਰਦੇ ਹਾਂ। ਫਿਰ ਆਪਾਂ ਗੱਲ ਕੀਤੀ ਬਾਇਓਸਫੀਅਰ ਰਿਜ਼ਰਵ ਦੀ, ਉਹ ਵੀ ਇੱਕ ਪ੍ਰੋਟੈਕਟਡ ਏਰੀਆ ਜਿੱਥੇ ਕੀ ਹੁੰਦੇ ਨੇ 3 ਜ਼ੋਨ ਹੁੰਦੇ ਨੇ। ਸੈਂਟਰ ਦੇ ਵਿੱਚ ਬਿਲਕੁਲ ਜਿਹੜਾ ਕੋਰ ਜ਼ੋਨ ਹੁੰਦਾ ਉੱਥੇ ਪ੍ਰੋਟੈਕਟਡ ਏਰੀਆ ਹੁੰਦਾ, ਠੀਕ ਹੈ, ਉੱਥੇ ਪ੍ਰੀਜ਼ਰਵਡ ਪਲਾਂਟਸ ਜਾਂ ਐਨੀਮਲਸ ਹੁੰਦੇ ਨੇ। ਉਸ ਤੋਂ ਜਿਹੜੇ ਬਾਹਰ ਵਾਲੇ ਏਰੀਆਜ਼ ਹੁੰਦੇ ਨੇ ਉੱਥੇ ਕੁਛ ਨਾ ਕੁਛ ਐਕਟੀਵਿਟੀਜ਼ ਅਲਾਊਡ ਹੁੰਦੀਆਂ ਨੇ। ਸੈਂਚੁਰੀਜ਼ ਕੀ ਨੇ, ਇੱਕ ਤਰ੍ਹਾਂ ਦਾ ਉਹ ਪ੍ਰੋਟੈਕਟਡ ਏਰੀਆ ਜਿੱਥੇ ਸਿਰਫ ਇੱਕੋ ਤਰ੍ਹਾਂ ਦੀ ਸਪੀਸ਼ੀਜ਼ ਹੀ ਪ੍ਰੋਟੈਕਟ ਕੀਤੀ ਜਾਂਦੀ, ਚਾਹੇ ਉਹ ਬਰਡ ਦੀ ਹੋਵੇ ਚਾਹੇ ਉਹ ਐਨੀਮਲ ਦੀ ਹੋਵੇ, ਠੀਕ ਹੈ। ਅਤੇ ਐਟ ਪ੍ਰੈਜੈਂਟ ਜਿਹੜਾ ਇੰਡੀਆ ਉਹਦੇ ਵਿੱਚ 508 ਸੈਂਚੁਰੀਜ਼ ਪ੍ਰੈਜੈਂਟ ਨੇ, ਠੀਕ ਹੈ, ਜਿਹੜਾ ਡਾਟਾ ਬੇਸ ਕਲੈਕਟ ਕੀਤਾ ਗਿਆ ਸੀ ਜੂਨ 2008 ਦੇ ਵਿੱਚ, ਉਸ ਦੇ ਅਕੋਰਡਿੰਗ, ਠੀਕ ਹੈ। 508 ਵਾਈਲਡ ਲਾਈਫ ਸੈਂਚੁਰੀਜ਼ ਆਰ ਦੇਅਰ ਇਨ ਇੰਡੀਆ। ਇਹ ਲਿਸਟ ਹੈ ਬੱਚੇ ਵਾਈਲਡ ਲਾਈਫ ਸੈਂਚੁਰੀਜ਼ ਜਿਹੜੀਆਂ ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ, ਠੀਕ ਹੈ। ਤੁਸੀਂ ਇਹਨਾਂ ਨੂੰ ਪਲੀਜ਼ ਨੋਟ ਡਾਊਨ ਕਰ ਲਓ। ਨੈਕਸਟ ਆਰ ਸੈਕਰਡ ਗਰੋਵਸ। These are the segment of landscape containing vegetation, life forms and geographical features delimited and protected by human societies under the belief that to keep them in a relatively undisturbed state is expression of an important relationship of humans with divine or with the nature। ਮਤਲਬ ਕਿ ਇਹ ਇੱਕ ਤਰ੍ਹਾਂ ਦਾ ਐਸਾ ਏਰੀਆ ਲੈਂਡ ਦਾ ਜਿੱਥੇ ਹਿਊਮਨ ਸੁਸਾਇਟੀਜ਼ ਜਿਹੜੀਆਂ ਲੋਕਲ ਪੀਪਲ ਨੇ, ਠੀਕ ਹੈ, ਉਹ ਕੀ ਕਰਦੇ ਨੇ, ਪ੍ਰੋਟੈਕਟ ਕਰਕੇ ਰੱਖਦੇ ਨੇ ਔਰਗੈਨਿਜ਼ਮਸ ਨੂੰ ਜਾਂ ਪਲਾਂਟਸ ਨੂੰ। ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਸ ਜਗ੍ਹਾ ਦੇ ਵਿੱਚ ਜਾਂ ਇਸ ਜੰਗਲ ਦੇ ਵਿੱਚ ਕੀ ਹੈ, ਭਗਵਾਨ ਰਹਿੰਦੇ ਨੇ, ਠੀਕ ਹੈ। ਉਹਨਾਂ ਦੀ ਆਸਥਾ ਜਾਂ ਉਹਨਾਂ ਦੇ ਕਹਿ ਲਓ ਰਿਲੀਜੀਅਸ ਵਿਊਜ਼ ਉਸ ਦੇ ਨਾਲ ਜੁੜੇ ਹੁੰਦੇ ਨੇ। ਜਿਵੇਂ ਕਿ ਐਗਜ਼ਾਮਪਲ ਆ ਬ੍ਰਿੰਦਾਵਨ ਹੈ, ਠੀਕ ਹੈ, ਜਿੱਥੇ ਲੋਕ ਮੰਨਦੇ ਨੇ ਕਿ ਉੱਥੇ ਕ੍ਰਿਸ਼ਨ ਭਗਵਾਨ ਰਹਿੰਦੇ ਨੇ, ਠੀਕ ਹੈ, ਉਹਨਾਂ ਜੰਗਲਾਂ ਦੇ ਵਿੱਚ। ਤਾਂ ਕਰਕੇ ਉਹ ਲੋਕ ਉਹਨਾਂ ਨੂੰ ਇੱਕ ਰਿਲੀਜੀਅਸ ਪਲੇਸ ਦੀ ਤਰ੍ਹਾਂ ਉਹਨੂੰ ਪ੍ਰੋਟੈਕਟ ਕਰਕੇ ਰੱਖਦੇ ਨੇ, ਉਹਨਾਂ ਫੋਰੈਸਟ ਨੂੰ, ਬ੍ਰਿੰਦਾਵਨ, ਠੀਕ ਹੈ। ਸੋ ਆਪਾਂ ਕੀ ਪੜ੍ਹਿਆ ਬੱਚੇ ਕਿ ਸੈਕਰਡ ਗਰੂਵਸ ਕੀ ਨੇ, ਉਹ ਪਲੇਸ ਨੇ ਜਾਂ ਉਹ ਏਰੀਆ ਨੇ ਜਿਹੜੇ ਕੰਜ਼ਰਵ ਕੀਤੇ ਜਾਂਦੇ ਨੇ ਔਨ ਦੀ ਬੇਸਿਸ ਆਫ ਰਿਲੀਜਨ, ਫੇਥ ਐਂਡ ਬਿਲੀਫ ਆਫ ਕਮਿਊਨਿਟੀ। ਲੋਕਾਂ ਦੀ ਆਸਥਾ ਜਾਂ ਉਹਨਾਂ ਦਾ ਧਰਮ ਜਿਹੜਾ ਹੁੰਦਾ ਉਹ ਉਹਨਾਂ ਨੂੰ ਕੀ ਕਹਿੰਦਾ ਵੀ ਅੰਦਰੋਂ ਹੀ ਉਹਨਾਂ ਨੂੰ ਹੁੰਦਾ ਕਿ ਸਾਡੀ ਆਸਥਾ ਜਾਂ ਬਿਲੀਫ ਉਹਨਾਂ ਦਾ ਜੁੜਿਆ ਹੁੰਦਾ ਉਸ ਏਰੀਆ ਦੇ ਨਾਲ, ਤਾਂ ਕਰਕੇ ਉਹਨੂੰ ਉਹ ਪ੍ਰੋਟੈਕਟ ਕਰਕੇ ਰੱਖਦੇ ਨੇ, ਠੀਕ ਹੈ। ਇਹ ਲਿਸਟ ਆ ਬੱਚੇ ਵੇਰੀਅਸ ਸੈਕਰਡ ਗਰੋਵਸ ਜਿਹੜੀਆਂ ਪ੍ਰੈਜ਼ੈਂਟ ਨੇ, ਅਤੇ ਨੰਬਰ ਦਿੱਤਾ ਹੋਇਆ ਹਰੇਕ ਸਟੇਟ ਦੇ ਵਿੱਚ, ਠੀਕ ਹੈ, ਅਤੇ ਉਹਨਾਂ ਦਾ ਲੋਕਲ ਨੇਮ ਦਿੱਤਾ ਹੋਇਆ, ਯੂ ਕੈਨ ਨੋਟ ਡਾਊਨ, ਠੀਕ ਹੈ। ਅਤੇ ਹੁਣ ਤੱਕ ਆਪਾਂ ਕੀ ਪੜ੍ਹ ਲਿਆ ਕਿ ਇਨ ਸਿਟੂ ਕੰਜ਼ਰਵੇਸ਼ਨ ਕੀ ਹੁੰਦੀ ਹੈ, ਔਨ ਸਾਈਟ ਕੰਜ਼ਰਵੇਸ਼ਨ ਹੁੰਦੀ ਹੈ, ਠੀਕ ਹੈ। ਔਨ ਸਾਈਟ ਕੰਜ਼ਰਵੇਸ਼ਨ ਮਤਲਬ ਨੈਚੁਰਲ ਹੈਬੀਟੇਟ ਦੇ ਵਿੱਚ ਕੰਜ਼ਰਵ ਕਰਦੇ ਹਾਂ ਕਿਸੇ ਵੀ ਐਨੀਮਲ ਸਪੀਸ਼ੀ ਨੂੰ, ਠੀਕ ਹੈ। ਉਹਦੇ ਵੇਰੀਅਸ ਆਪਾਂ ਮੈਥਡਸ ਪੜ੍ਹ ਲਏ, ਜਿੱਦਾਂ ਫਸਟ ਨੈਸ਼ਨਲ ਪਾਰਕ ਪੜ੍ਹਿਆ। ਨੈਸ਼ਨਲ ਪਾਰਕ ਕਿਹੜਾ ਇੱਕ ਪ੍ਰੋਟੈਕਟਡ ਏਰੀਆ ਹੈ, ਠੀਕ ਹੈ, ਜਿੱਥੇ ਆਪਾਂ ਕੀ ਕਰਦੇ ਹਾਂ, ਕਾਫੀ ਤਰ੍ਹਾਂ ਦੇ ਔਰਗੈਨਿਜ਼ਮ ਨੂੰ ਕੰਜ਼ਰਵ ਕਰਕੇ ਰੱਖਦੇ ਹਾਂ। ਅਤੇ ਉਹ ਸਿਰਫ ਔਰ ਸਿਰਫ ਏਰੀਆ ਕਿਹਦੇ ਅੰਡਰ ਹੁੰਦਾ, ਗਵਰਨਮੈਂਟ ਦੇ ਅੰਡਰ ਹੁੰਦਾ, ਕੋਈ ਵੀ ਪ੍ਰਾਈਵੇਟ ਓਨਰਸ਼ਿਪ ਉੱਥੇ ਅਲਾਊਡ ਨਹੀਂ ਹੁੰਦੀ। ਸੈਕਿੰਡ ਆਪਾਂ ਪੜ੍ਹਿਆ ਕਿ ਬਾਇਓਸਫੀਅਰ ਰਿਜ਼ਰਵਸ ਹੁੰਦੇ ਨੇ। ਬਾਇਓਸਫੀਅਰ ਰਿਜ਼ਰਵਸ ਦੇ ਵਿੱਚ 3 ਜ਼ੋਨ ਹੁੰਦੇ ਨੇ, ਠੀਕ ਹੈ। ਸਭ ਤੋਂ ਜਿਹੜਾ ਬਾਹਰ ਵਾਲਾ ਜ਼ੋਨ ਹੁੰਦਾ ਉੱਥੇ ਹਿਊਮਨ ਐਕਟੀਵਿਟੀਜ਼ ਅਲਾਊਡ ਹੁੰਦੀਆਂ ਨੇ, ਠੀਕ ਹੈ। ਥਰਡ ਜਿਹੜਾ ਸੈਕਿੰਡ ਨੰਬਰ ਵਾਲਾ ਜ਼ੋਨ ਹੁੰਦਾ, ਠੀਕ ਹੈ, ਉੱਥੇ ਅਲਾਊਡ ਹੁੰਦੇ ਨੇ ਸਿਰਫ ਗ੍ਰੇਜ਼ਿੰਗ ਐਨੀਮਲਸ, ਠੀਕ ਹੈ, ਜਾਂ ਕੋਈ ਹੋਰ ਟੂਰਿਜ਼ਮ ਵਗੈਰਾ,
ਤੇ ਜਿਹੜਾ ਸੈਂਟਰ ਵਾਲਾ ਕੋਰ ਜ਼ੋਨ ਹੁੰਦਾ ਉੱਥੇ ਕੀ ਹੁੰਦੀ ਹੈ, ਸਿਰਫ ਔਰ ਸਿਰਫ ਪ੍ਰੋਟੈਕਟਿਡ ਐਨੀਮਲਸ ਜਾਂ ਪਲਾਂਟਸ ਹੁੰਦੇ ਨੇ। ਠੀਕ ਹੈ, ਫਿਰ ਆਪਾਂ ਪੜ੍ਹੀਆਂ ਸੈਂਚੁਰੀ ਸਿਰਫ ਇੱਕੋ ਤਰ੍ਹਾਂ ਦਾ ਔਰਗੈਨਿਜ਼ਮ ਆਪਾਂ ਕੰਜ਼ਰਵ ਕਰਦੇ ਹਾਂ ਤੇ ਉੱਥੇ ਪ੍ਰਾਈਵੇਟ ਓਨਰਸ਼ਿਪ ਅਲਾਊਡ ਹੋ ਸਕਦੀ ਹੈ। ਠੀਕ ਹੈ, ਤੇ 4th ਵਨ ਆਪਾਂ ਪੜ੍ਹੀਆਂ ਨੇ ਸੈਕਰਡ ਗਰੂਵਸ ਕੀ ਹੁੰਦੇ ਨੇ, ਉਹ ਛੋਟੇ ਛੋਟੇ ਏਰੀਆਜ਼ ਜਿੱਥੇ ਲੋਕ ਆਪਣੀ ਲੋਕਲ ਕਮਿਊਨਿਟੀਜ਼, ਠੀਕ ਹੈ, ਜਾਂ ਲੋਕਲ ਪੀਪਲ ਆਪਣੇ ਰਿਲੀਜੀਅਸ ਵਿਊਜ਼ ਕਰਕੇ ਉਸ ਜਗ੍ਹਾ ਨੂੰ ਪ੍ਰੋਟੈਕਟ ਕਰਕੇ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉੱਥੇ ਉਹਨਾਂ ਦਾ ਗੋਡ ਰਹਿੰਦਾ। ਠੀਕ ਹੈ, ਤਾਂ ਉਹਨੂੰ ਪ੍ਰੋਟੈਕਸ਼ਨ ਦੇ ਕੇ ਰੱਖਦੇ ਨੇ ਖੁਦ ਲੋਕ ਆਪਣੇ ਲੈਵਲ 'ਤੇ। ਠੀਕ ਹੈ, ਕੋਈ ਵੀ ਗਵਰਨਮੈਂਟ ਜਾਂ ਕੋਈ ਹੋਰ ਹੈ ਪੋਲੀਟੀਕਲ ਰੋਲ ਨਹੀਂ ਹੁੰਦਾ, ਲੋਕਲ ਕਮਿਊਨਿਟੀ ਦੇ ਪੀਪਲ ਹੀ ਆਪਣੇ ਆਪ ਉਹਨੂੰ ਪ੍ਰੋਟੈਕਟ ਕਰਕੇ ਰੱਖਦੇ ਨੇ ਉਸ ਏਰੀਆ ਨੂੰ। ਠੀਕ ਹੈ, ਮੂਵਿੰਗ ਫਰਦਰ ex-situ ਕੰਜ਼ਰਵੇਸ਼ਨ। ex-situ ਕੰਜ਼ਰਵੇਸ਼ਨ ਕੀ ਹੁੰਦੀ ਹੈ ਬੱਚੇ, ਜਦੋਂ ਆਪਾਂ ਆਫ ਸਾਈਟ ਕੰਜ਼ਰਵੇਸ਼ਨ ਕਰਦੇ ਹਾਂ। ਠੀਕ ਹੈ, ਆਫ ਸਾਈਟ ਕੰਜ਼ਰਵੇਸ਼ਨ ਮਤਲਬ ਉਹਦੀ ਨੈਚੁਰਲ ਹੈਬੀਟੇਟ ਹੈ ਉਹਦੇ ਤੋਂ ਬਾਹਰ ਲਿਆ ਕੇ ਆਪਾਂ ਉਹਨੂੰ ਪ੍ਰੀਜ਼ਰਵ ਕਰਦੇ ਹਾਂ ਕਿਸੇ ਵੀ ਔਰਗੈਨਿਜ਼ਮ ਨੂੰ। ਠੀਕ ਹੈ, ਤੇ ਉਹਨੂੰ ਜਿਹੜਾ ਹਿਊਮਨਸ ਨੇ ਉਹ ਆਪਣੀ ਨਿਗਰਾਨੀ ਦੇ ਅੰਡਰ ਰੱਖਦੇ ਨੇ ਤਾਂ ਕਿ ਉਹਨਾਂ ਨੂੰ ਆਪਾਂ ਯੂਜ਼ ਕਰ ਸਕੀਏ in near future for doing experiments and for other purposes. The next is the types of ex-situ conservation. First is botanical garden, second is zoos, and third one is gene banks. So firstly, what are botanical gardens? Botanical gardens are the conservation places, right, which are used for the conservation of rare and endangered plant species, for study and research of specific plant characters, and for disseminating scientific information and experiences to promote sustainable development. Botanical garden ਉਹ ਜਗ੍ਹਾ ਹੈ ਜਿੱਥੇ ਆਪਾਂ ਪਲਾਂਟ ਸਪੀਸ਼ੀਜ਼ ਨੂੰ ਪ੍ਰੀਜ਼ਰਵ ਕਰਦੇ ਹਾਂ ਜਿਹੜੇ ਰੇਅਰ ਅਤੇ ਇੰਡੇਂਜਰਡ ਹੋਣ। ਠੀਕ ਹੈ, ਅਤੇ ਉਹਨਾਂ ਦੇ ਉੱਪਰ ਜਿਹੜੀ ਰਿਸਰਚ ਹੈ ਉਹ ਨੀਅਰ ਫਿਊਚਰ ਆਪਾਂ ਕਰ ਸਕੀਏ। This is the list showing the various botanical gardens at international level, and this is the list that shows national botanical gardens, that are Indian Botanical Garden at Calcutta, right, and BRI National Botanical Research Institute, and BSI Botanical Survey of India. Next is the zoological park or zoo, right. What is zoo? It is a short form of zoological parks and zoological gardens. Zoo is a place where animals are kept behind enclosures. Zoo ऐसा place है जिथे ਆਪਾਂ animals ਨੂੰ ਰੱਖਦੇ ਹਾਂ ਕੰਜ਼ਰਵ ਕਰਕੇ, ਰਾਈਟ। ਇਹਦਾ ਮੇਨ ਪਰਪਸ ਕੀ ਹੁੰਦਾ ਜ਼ੂ ਦਾ? ਫॉर ਐਜੂਕੇਸ਼ਨ, ਫॉर ਕੰਜ਼ਰਵੇਸ਼ਨ, ਫॉर ਰੀਕ੍ਰੀਏਸ਼ਨ ਐਂਡ ਫॉर ਦੀ ਰਿਸਰਚ। ਠੀਕ ਹੈ, ਜਿੱਦਾਂ ਆਪਾਂ ਛੱਤਬੀੜ ਚਿੜੀਆ ਘਰ ਆ ਆਪਣੇ ਇੱਥੇ, ਠੀਕ ਹੈ, ਨੇੜੇ ਕਿੱਥੇ ਪੰਚਕੂਲਾ ਵਾਲੀ ਸਾਈਡ ਜ਼ੀਰਕਪੁਰ ਕੋਲ, ਠੀਕ ਹੈ, ਛੱਤਬੀੜ ਜ਼ੂ, ਰਾਈਟ। ਉੱਥੇ ਵੀ ਕਾਫੀ ਤਰ੍ਹਾਂ ਦੇ ਐਨੀਮਲਸ ਨੂੰ ਪ੍ਰੀਜ਼ਰਵ ਕੀਤਾ ਗਿਆ, ਰਾਈਟ। ਨੈਕਸਟ ਇਜ਼ ਜੀਨ ਬੈਂਕਸ। ਜੀਨ ਬੈਂਕਸ ਆਰ ਜਸਟ ਲਾਈਕ ਯੂਰ ਮਨੀ ਬੈਂਕਸ, ਰਾਈਟ। ਜਿੱਦਾਂ ਮਨੀ ਬੈਂਕ 'ਚ ਆਪਾਂ ਮਨੀ ਨੂੰ ਡਿਪੋਜ਼ਿਟ ਕਰਦੇ ਹਾਂ, ਠੀਕ ਹੈ, ਤਾਂ ਕਿ ਆਪਾਂ ਇਨ ਫਿਊਚਰ ਉਹਨੂੰ ਆਪਾਂ ਕੱਢ ਕੇ ਉੱਥੋਂ ਯੂਜ਼ ਕਰ ਸਕੀਏ ਜਦੋਂ ਆਪਾਂ ਨੂੰ ਉਹਦੀ ਲੋੜ ਪੈਂਦੀ ਆ। ਉਹ ਵੀ ਜਿਹੜੇ ਜੀਨ ਬੈਂਕ ਨੇ ਉੱਥੇ ਕੀ ਕਰਦੇ ਹਾਂ ਆਪਾਂ ਕਿ ਜਿਹੜੇ ਜੈਨੇਟਿਕ ਮਟੀਰੀਅਲ ਹੁੰਦਾ, ਠੀਕ ਹੈ, ਜਿੱਦਾਂ DNA ਹੁੰਦਾ ਜਾਂ ਕੋਈ ਸੀਡ ਹੋ ਗਏ, ਠੀਕ ਹੈ, DNA ਹੋ ਗਿਆ, ਜਰਮ ਪਲਾਜ਼ਮ ਹੋ ਗਿਆ, ਠੀਕ ਹੈ, ਜਾਂ ਪੋਲਨ ਗ੍ਰੇਨਸ ਹੋ ਗਏ, ਐਂਥਰਸ ਹੋ ਗਏ, ਸਪਰਮਸ ਹੋ ਗਏ, ਓਵਾ ਹੋ ਗਏ, ਐਗ ਹੋ ਗਏ, ਉਹ ਸਾਰਿਆਂ ਨੂੰ ਆਪਾਂ ਜਦੋਂ ਕਿਸੇ ਇੱਕ ਜਗ੍ਹਾ 'ਤੇ ਸਟੋਰ ਕਰਕੇ ਰੱਖ ਦਿੰਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਆਪਾਂ ਜੀਨ ਬੈਂਕਸ। ਕਿਉਂਕਿ ਉਹਨਾਂ ਦੇ ਵਿੱਚ ਕੀ ਹੋਊਗਾ ਅਲਟੀਮੇਟਲੀ ਕਿਸੇ ਵੀ ਸੈੱਲ 'ਚ ਹੁੰਦਾ DNA, ਠੀਕ ਹੈ, DNA ਦੇ ਉੱਪਰ ਕੀ ਹੁੰਦੇ ਨੇ ਜੀਨਸ ਹੁੰਦੇ ਨੇ, ਤਾਂ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਲੈਕਟਿਵਲੀ ਜੀਨ ਬੈਂਕਸ। ਅਤੇ ਇਹਨਾਂ ਜੀਨ ਬੈਂਕਸ ਤੋਂ ਕੌਣ ਲੈਂਦਾ ਫਿਰ ਇਨ ਫਿਊਚਰ ਜਿਹੜੇ ਆਪਾਂ ਪ੍ਰੀਜ਼ਰਵ ਕਰਕੇ ਰੱਖ ਲਏ ਜੈਨੇਟਿਕ ਸੋਰਸਿਸ, ਉਹਨਾਂ ਨੂੰ ਯੂਜ਼ ਕਰਦੇ ਨੇ ਪਲਾਂਟ ਬਰੀਡਰਸ, ਐਨੀਮਲ ਬਰੀਡਰਸ ਜਾਂ ਫਾਰਮਰਸ ਫॉर देयर ਰਿਸਰਚ ਪਰਪਸ, ਠੀਕ ਹੈ। ਨੈਕਸਟ is the types of gene banks. There are various types of gene banks: field gene bank, seed gene bank, tissue bank, and cryobank. First is field gene bank. Field gene bank ਕੀ ਹੈ ਬੇਟਾ? ਇੱਕ ਤਰ੍ਹਾਂ ਦਾ ਆਰਟੀਫਿਸ਼ਲ ਇਕੋਸਿਸਟਮ ਡਿਵੈਲਪ ਕੀਤਾ ਹੁੰਦਾ, ਠੀਕ ਹੈ, ਜਿੱਥੇ ਆਪਾਂ
प्लांट्स नू ग्रो करते हैं, ठीक है, प्लांट्स नू ग्रो करके रखते हैं ताकि उनका जिहड़ा इंपॉर्टेंट जर्म प्लाज्म है, ठीक है, इंपॉर्टेंट प्लांट्स का जर्म प्लाज्म है वो की हो सके, कंजर्व हो सके। जिदा 42,000 वैराइटीज़ ने जिहड़ियां राइस दी उन्होंने जर्म प्लाज्म इस तरीके नाल फील्ड जीन बैंक्स दे विच कंजर्व किया गया एट सेंट्रल राइस रिसर्च इंस्टीट्यूट इन ओडिशा, राइट। तो इस जगह पर करते हैं आप जिवें इस पिक्चर च दिखाया गया, एक फील्ड प्रिपेयर की होंगी है, छोटे छोटे टुकड़ियां च उन्होंने वंड लिया जाता है, ठीक है। तो जिहड़े भी आप प्लांट का जर्म प्लाज्म कंजर्व करना चाहते हैं उन्होंने आप ग्रो करते हैं अंडर दी सुपरविजन ऑफ ट्रेनड ह्यूमन बींग्स, राइट, ताकि आप नीयर फ्यूचर उस क्रॉप नू प्रिजर्व कर सकीए तो जो भी लोड़ पवे इन मार्केट उन्होंने आप फार्मर के यूज़ लिए भेज सकीए। नैक्सट इज सीड बैंक। सीड बैंक की होंगे जिमें आप फीड बैंक की है, प्लांट नू ही प्रिजर्व कर रहे हैं, सच प्लांट्स नू ग्रो करी जाने ताकि वो बच सकन, ठीक है, पूरी देख रेख के अंदर। इत्थे सीड जीन बैंक की करते हैं, वी प्रिजर्व ड्राइड सीड्स बाय स्टोरिंग दैम एट अ वैरी लो टैंपरेचर। इत्थे की करते हैं, प्लांट उगाउण दी कोशिश नहीं करता जिहड़ा ट्रेनड एक्सपर्ट हुंदा, ठीक है, वो की करता है सीड्स नू ड्राई सीड्स नू ही प्रिजर्व कर लैंदा एट लो टैंपरेचर, ठीक है, ताकि उन्होंने आप नीयर फ्यूचर जो भी जरूरत पवे उस पौधे के सीड की आप बाहर कढ़ के उगा सकीए। जिवें इस पिक्चर च दिखाया गया वेरीअस टाइप्स के जिहड़े सीड्स पे ने किहदे ये मेज़ दे दिख रहे हैं मेनली, राइट, डिफरेंट वैराइटीज़ ऑफ मेज़। नेक्स्ट इज क्रायोबैंक। क्रायोबैंक इज ऑल्सो a modern method to conserve the germ plasm, right. It is the technique in which a seed or embryo is preserved at very low temperature. It is usually preserved in liquid nitrogen and at minus 196 degree centigrade temperature, right. This is helpful for the conservation of species facing extinction. Cryobanks are utilized for the cryoconservation of animal genetic रिसोर्सिस, राइट। ये की किया जाता है सीड या एम्बरीओ नू, ठीक है, बहुत ही घट तापमान पर, ठीक है, कितना तापमान होंगे -196 डिग्री सैल्सीयस से लिक्विड नाइट्रोजन का जोड़ा तापमान होंगे वो पा के कंजर्व किया जाता है, ठीक है, ताकि जो जर्म प्लाज्म है उन्होंने आप फॉर फ्यूचर यूज़ स्टोर कर सकीए। जिदा इस पिक्चर से दिखाया गया एक क्रायो बैंक, ये जोड़े कंटेनर्स दिख रहे हैं थोड़ा वड्डे वड्डे, इन्हों जिहड़ा बाहर नू धुआं लग रहा तुहानूं ये बाहर आ रहा है, ये की है लिक्विड नाइट्रोजन है, ठीक है। ये आपां की कर दिंदे आ स्टोर कर दिंदे आ इन्हां वैसल्स दे विच जिहदे विच लिक्विड नाइट्रोजन पाई हुंदी है, तो -196 डिग्री सैल्सीयस टैंपरेचर हुंदा, उत्थे आपां स्टोर कर दिंदे आ जर्म प्लाज्म। इहदे स्टैप जिहड़ी शो करदी है वेरीअस जीन बैंक्स that are present in India and that are responsible for the conservation of various crop plants, right। ਹੁਣ तक ਆਪਾਂ ਕੀ ਪੜ੍ਹਿਆ ਐਕਸੀਟੂ ਕੰਜ਼ਰਵੇਸ਼ਨ ਦੇ ਵਿੱਚ ਕਿ ਐਕਸੀਟੂ ਕੰਜ਼ਰਵੇਸ਼ਨ ਕੀ ਹੁੰਦੀ ਹੈ, ਕਿਸੇ ਵੀ ਆਰਗੈਨਿਜ਼ਮ ਨੂੰ ਜਦੋਂ ਆਪਾਂ ਉਹਦੀ ਨੈਚੁਰਲ ਹੈਬਿਟੇਟ ਤੋਂ ਬਾਹਰ ਕੱਢ ਕੇ ਆਰਟੀਫਿਸ਼ੀਅਲ ਹੈਬਿਟੇਟ ਦੇ ਵਿੱਚ ਜਿਹਦੇ ਹਿਊਮਨਸ ਤੇ ਬਣਾਈ ਹੁੰਦੀ ਹੈ ਹੈਬਿਟੇਟ ਜਾਂ ਹਿਊਮਨਸ ਦੀ ਸੁਪਰਵਿਜ਼ਨ ਦੇ ਅੰਡਰ ਹੁੰਦੇ ਨੇ ਉਹ ਆਰਗੈਨਿਜ਼ਮ, ਉਸ ਜਗ੍ਹਾ ਨੂੰ ਆਪਾਂ ਕੀ ਕਹਿੰਦੇ ਹਾਂ, ਉਸ ਤਰ੍ਹਾਂ ਦੀ ਕੰਜ਼ਰਵੇਸ਼ਨ ਨੂੰ ਕੀ ਕਹਿੰਦੇ ਐਕਸੀਟੂ ਕੰਜ਼ਰਵੇਸ਼ਨ। ਐਕਸੀਟੂ ਕੰਜ਼ਰਵੇਸ਼ਨ ਦੇ 3 ਮੇਨ मैथड आप कहे ने, ठीक है, बोटैनिकल गार्डनस जिथे आप प्लांट्स नू प्रिजर्व करते हैं, जूज जिथे आप एनीमल्स नू प्रिजर्व करते हैं, ठीक है, तो जीन बैंक्स जिथे आप जर्म प्लाज्म नू, चाहे वो एनीमल्स का जर्म प्लाज्म है चाहे वो प्लांट्स का जर्म प्लाज्म है, उन्होंने आप कंजर्व करते हैं इन दी फॉर्म ऑफ सीड्स या इन दी फॉर्म ऑफ होल प्लांट और इन दी फॉर्म ऑफ स्पर्म, ओवा, एग सैल एक्सैक्ट्रा, राइट। सो लास्ट दे विच आपां कनक्लूड करांगे कि कंजरवेशन स्ट्रैटजीज की ने 2 तरह दियां ने बायोडाइवर्सिटी दियां कंजरवेशन वास्ते, इन-सीटू ते एक्स-सीटू। इन-सीटू दे विच आपां ओनू ओदी साइट ते ही प्रिजर्व करदे, ऑन साइट प्रिजर्व करदे ऑर्गेनिज्म नू, मतलब ओदे नैचुरल हैबिटेट ते ही प्रिजर्व करदे हैं, ठीक है। तो एक्स-सीटू कंजरवेशन की करते हैं आप ऑर्गेनिज्म नू आपां उसदी नैचुरल हैबिटेट तो बाहर लिया के, मतलब ऑफ साइट लिया के उन्होंने कंजर्व करते हैं या प्रिजर्व करते हैं, ठीक है। मकसद दोनों का एको ही है कंजरवेशन स्ट्रैटजीज का, ठीक है। पहली तो दूजी फर्क इन्ना ही है कि एक ऑन साइट होंगी है, एक ऑफ साइट होंगी है। होप तुहानूं ये चैप्टर समझ आ गया होगा, ठीक है। एंड थैंक यू फॉर लिसनिंग दिस होल वीडियो।